Hello students, today we are going to learn about diagonalization. This is again a very important topic of eigenvalues and eigenvector chapter. So what is diagonalization? As we have in this chapter all square matrices. So we have a square matrix A of order 3. If it has 3 linear independent eigenvectors, ਜਦੋਂ ਆਪਾਂ ਕੋਈ ਮੈਟ੍ਰਿਕਸ ਲਿਖਦੇ ਉਹਦੇ ਈਗਨ ਵੈਲਿਊਜ਼ ਸੋਲਵ ਕਰਦੇ ਉਸ ਤੋਂ ਬਾਅਦ ਉਹਦੇ ਅਕੋਰਡਿੰਗਲੀ ਈਗਨ ਵੈਕਟਰਸ ਸੋਲਵ ਕਰ ਲਏ ਅਗਰ ਮੈਟ੍ਰਿਕਸ ਦਾ ਆਰਡਰ 3 ਹੈ ਔਰ ਉਹਦੇ 3 ਹੀ ਈਗਨ ਵੈਕਟਰ ਆਏ only then there exists a non-singular matrix P such that P inverse AP is a diagonal matrix. This process is known as diagonalization. So ਇਹਦੇ ਵਿੱਚ ਦੇਖੋ ਕਿਹੜੇ ਕਿਹੜੇ ਸਟੈਪਸ ਆਏ ਪਹਿਲਾ finding eigenvalues lambda 1 lambda 2 lambda 3 from this equation a minus lambda I determinant is equal to 0. This is called characteristic equation. ਇਹਦੇ ਵਿੱਚ ਸਾਡੇ ਕੋਲ lambda 1 lambda 2 lambda 3 ਆ ਗਿਆ ਉਸ ਤੋਂ ਬਾਅਦ ਨੰਬਰ 2 ਸਟੈਪ ਕੀ ਹੈ finding corresponding eigenvectors ਜਿਹੜੇ ਆਪਾਂ ਲਿਖਦੇ ਆ x1 x2 x3 ਜੇ a ਦਾ ਆਰਡਰ 3 ਆਪਾਂ ਲਿਆ ਤਾਂ 3 ਆਈਗਨ ਵੈਕਟਰ ਹੋਣਗੇ ਤਾਂ ਹੀ ਆਪਾਂ ਅੱਗੇ ਪ੍ਰੋਸੈਸ ਕਰਾਂਗੇ ਡਾਇਗੋਨਲਾਈਜੇਸ਼ਨ ਦੀ ਅਦਰਵਾਈਜ਼ ਆਪਾਂ ਕਹਾਂਗੇ a is non diagonalizable ਸੋ ਇਹਦੇ ਵਿੱਚ ਆਪਾਂ ਕੀ ਕਰਾਂਗੇ ਕਿ if number of eigenvectors less than 3 ਜਾਂ order of a order of A, so if the number of eigenvectors are less, then A is non-diagonalizable. Diagonalizable, and if it is equal to, in this case, as we have, if we obtain 3 eigenvectors according to the 3 order of A, then we will again find those vectors. So let x1 is equal to x1 y1 z1, that this will be the first eigenvector, then the second one x2 y2 z2, and the third let be x3 y3 z3. ਜੇ ਤੁਸੀਂ ਕੁਐਸਚਨ ਸੋਲਵ ਕੀਤੇ ਆਈਗਨ ਵੈਕਟਰ ਵਾਲੇ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਇਸ ਤਰੀਕੇ ਜਿਹੜੇ ਕਾਲਮ ਮੈਟ੍ਰਿਕਸ ਲਿਖਦੇ ਆ ਜਿਹਨਾਂ ਨੂੰ ਆਪਾਂ ਆਈਗਨ ਵੈਕਟਰਸ ਕਹਿੰਦੇ ਆ ਨਾਓ ਦੀ ਨੈਕਸਟ ਸਟੈਪ ਇਜ਼ ਟੂ ਰਾਈਟ P ਬਿਕੋਜ਼ ਫਾਈਂਡਿੰਗ P ਇਜ਼ ਵੈਰੀ ਇੰਪੋਰਟੈਂਟ ਹੇਅਰ ਸੋ P ਕੀ ਹੋਏਗਾ P ਹੋਏਗਾ ਇਹਨਾਂ ਆਈਗਨ ਵੈਕਟਰਸ ਨੂੰ ਐਜ਼ ਅ ਕਾਲਮ ਆਪਾਂ ਲਿਖ ਕੇ ਇੱਕ ਮੈਟ੍ਰਿਕਸ ਬਣਾ ਲਈਏ x1 y1 z1 ਆ ਪਹਿਲਾ ਹੋ ਗਿਆ फिर x2 y2 z2 then x3 y3 z3 ਇਹ ਜਿਹੜਾ ਮੈਟ੍ਰਿਕਸ ਬਣੇਗਾ ਕਿਹਦੇ ਨਾਲ ਇਹ ਈਗਨ ਵੈਕਟਰਸ ਆ ਉਹਨਾਂ ਨੂੰ ਅਸੀਂ ਲਿਖ ਲਿਆ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਠੀਕ ਹੈ ਸੋ ਦਿਸ ਇਜ਼ ਕਾਲਡ P ਮੈਟ੍ਰਿਕਸ ਰਾਈਟ ਹੁਣ ਇਹ P ਮੈਟ੍ਰਿਕਸ ਤੋਂ ਬਾਅਦ ਈਗਨ ਵੈਕਟਰਸ ਤਿੰਨੋਂ ਈਗਨ ਵੈਕਟਰਸ ਆ P ਤੋਂ ਬਾਅਦ ਆਪਾਂ ਕੀ ਕਰਨਾ ਹੈ ਅਸੀਂ ਆ ਪ੍ਰੋਸੈਸ ਕਰਨੀ ਹੈ P ਇਨਵਰਸ AP ਇਜ਼ ਡਾਇਗਨਲ ਆਪਾਂ ਦੇਖਣਾ ਕਿ ਡਾਇਗਨਲ ਮੈਟ੍ਰਿਕਸ ਬਣੇਗਾ ਸੋ ਇਹ ਤੀਜਾ ਸਟੈਪ ਸੀਗਾ ਪਹਿਲਾ ਸੀਗਾ ਆਈਗਨ ਵੈਲਿਊ ਫਾਈਂਡ ਆਊਟ ਕਰਨੀ ਦੂਜਾ ਸੀ ਆਈਗਨ ਵੈਕਟਰ ਫਾਈਂਡ ਆਊਟ ਕਰਨੇ ਤੀਸਰਾ ਆ ਕਿ ਉਹਨਾਂ ਦੇ ਨਾਲ ਮੈਟ੍ਰਿਕਸ P ਲਿਖ ਲੈਣਾ ਹੁਣ P ਆ ਗਿਆ ਜਦੋਂ ਤੁਹਾਡੇ ਕੋਲ ਫਿਰ ਤੁਸੀਂ ਕੀ ਕਰਨਾ ਆ ਚੌਥੇ ਸਟੈਪ ਦੇ ਵਿੱਚ ਫਾਈਂਡ P ਇਨਵਰਸ ਹੁਣ P ਇਨਵਰਸ ਕਿੱਦਾਂ ਫਾਈਂਡ ਆਊਟ ਕਰੀਦਾ ਅਸੀਂ ਪਹਿਲਾ ਡਿਟਰਮੀਨੈਂਟ ਫਾਈਂਡ ਆਊਟ ਕਰਦੇ ਡਿਟਰਮੀਨੈਂਟ ਨਾਨ ਜ਼ੀਰੋ ਆਵੇ ਤਾਂ ਹੀ ਆਪਾਂ P ਇਨਵਰਸ ਕਹਿੰਦੇ ਆ ਐਗਜ਼ਿਸਟ ਕਰਦਾ ਆ ठीक है नॉन जीरो का ਇਹਦਾ ਮਤਲਬ ਹੈ ਕਿ ਨॉन ਸਿੰਗੂਲਰ ਮੈਟ੍ਰਿਕਸ ਹੋਏਗਾ ਸੋ P ਇਨਵਰਸ ਦੇ ਲਈ ਐਡਜੁਆਇੰਟ ਸੋਲਵ ਕਰ ਲੈਣਾ ਇਹਦਾ ਤਾਂ P ਇਨਵਰਸ ਹੋਏਗਾ ਐਡਜੁਆਇੰਟ ਆਫ P ਅਪਨ ਡਿਟਰਮੀਨੈਂਟ ਆਫ P तो P ਇਨਵਰਸ ਆ ਗਿਆ that is the fourth step and fifth and last step is you will write PAP P ਇਨਵਰਸ ਇਥੋਂ ਸੋਲਵ ਹੋ ਗਿਆ ਇਹ ਵੀ ਤੁਹਾਡੇ ਕੋਲ ਇੱਕ ਮੈਟ੍ਰਿਕਸ ਆ ਜਾਏਗਾ A ਜਿਹੜਾ ਆ ਇਹ ਤੇ P ਇਨਵਰਸ ਆ ਗਿਆ A ਜਿਹੜਾ ਗਿਵਨ ਮੈਟ੍ਰਿਕਸ ਹੈ ਠੀਕ ਹੈ P ਜਿਹੜਾ ਅਸੀਂ ਲਿਖਿਆ ਆਈਗਨ ਵੈਕਟਰਸ ਦੇ ਨਾਲ ਮੈਟ੍ਰਿਕਸ ਇਹਨਾਂ ਤਿੰਨਾਂ ਦੀ ਪ੍ਰੋਡਕਟ ਕਰ ਲੈਣੀ ਪਹਿਲਾਂ ਦੋ ਨੂੰ ਕਰ ਲਓ ਫਿਰ ਜਿਹੜਾ ਉਹਦਾ ਆਨਸਰ ਆਇਆ ਉਹਨੂੰ ਫਿਰ ਤੀਸਰੇ ਨਾਲ ਮਲਟੀਪਲਾਈ ਕਰ ਲਓ ਜਦੋਂ ਇਹਨੂੰ ਤੁਸੀਂ ਮਲਟੀਪਲਾਈ ਕਰੋਗੇ ਤੁਸੀਂ ਕੀ ਦੇਖੋਗੇ ਕਿ ਤੁਹਾਡੇ ਕੋਲ ਇੱਕ ਤਰ੍ਹਾਂ ਇੱਥੇ डायगोनल मैट्रिक्स बनेगा। डायगोनल मैट्रिक्स की होंदा जिहदे सिर्फ डायगोनल एलिमेंट्स
होण ते बाकी एलीमेंट्स होण 0 नॉन डायगनल, ठीक है, डायगनल वाले एलीमेंट नॉन 0 होण। ते एक खासियत इहदे च देखण वाली गल ये होएगी, वेरी इंपॉर्टेंट थिंग, कि ਜਿਹੜੇ ਇਹਦੇ डायगनल एलीमेंट ਆਣਗੇ ਉਹ ਕੀ ਹੋਣਗੇ, ਉਹ ਆਈਗਨ ਵੈਲਿਊਜ਼ ਹੀ ਹੋਣਗੀਆਂ ਜਿਹੜੀਆਂ ਆਪਾਂ ਪਹਿਲੇ ਸਟੈਪ 'ਚ ਸੋਲਵ ਕੀਤੀਆਂ ਸੀ। तो ਇਹਦੇ ਨਾਲ ਹੀ ਤੁਹਾਡਾ ਆਨਸਰ ਵੀ ਚੈੱਕ ਹੋ ਜਾਏਗਾ ਕਿ ਤੁਸੀਂ ਸਾਰਾ ਕੁਐਸਚਨ ਸਹੀ ਕੀਤਾ ਕਿ ਨਹੀਂ। 5 ਸਟੈਪ ਕਰਨੇ ਆ, ਪਹਿਲੇ ਸਟੈਪ ਦੇ ਵਿੱਚ ਹੀ ਆਈਗਨ ਵੈਲਿਊਜ਼ ਤੁਹਾਨੂੰ ਪਤਾ ਚੱਲ ਜਣੀ ਨਾ, λ1 λ2 λ3, ਤੇ ਜਦੋਂ ਸਾਰੀ ਪ੍ਰੋਸੈਸ ਕਰਦੇ ਮਲਟੀਪਲਾਈ ਕਰੋਗੇ ਤਿੰਨੋਂ ਮੈਟ੍ਰਿਕਸ ਨੂੰ ਤਾਂ ਵੀ ਤੁਹਾਡੇ ਕੋਲ ਇਸ ਤਰੀਕੇ ਦਾ ਡਾਇਗਨਲ ਮੈਟ੍ਰਿਕਸ ਬਣੇਗਾ ਜਿਹਦੇ ਵਿੱਚ ਡਾਇਗਨਲ ਐਲੀਮੈਂਟ ਸਾਡੀਆਂ ਆਈਗਨ ਵੈਲਿਊਜ਼ ਹੀ ਹੋਣਗੀਆਂ। ਸੋ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਡਾਇਗਨਲਾਈਜੇਸ਼ਨ। और ये उदों ही पॉसीबल है जो जिन्ना मैट्रिक्स का ऑर्डर होवे, जिन्ना ए का ऑर्डर आ ते ओदे जेडे आइगन वैक्टर आ वो भी उन्ने ही आंदे होण, ओनली दैन वी विल डू दिस। अदरवाइज आपां कहांगे कि ये मैट्रिक्स डायगनलाइजेबल नहीं है, नॉन डायगनलाइजेबल है अगर आइगन वैक्टर घट होण फ्रॉम द ऑर्डर ऑफ ए। नाउ सी दिस क्वेश्चन which is determine eigen values and eigen vector of this matrix and is it diagonalizable. We have to also check this. So this is very lengthy question, let us do it. So here A is the given matrix 3 1 1 2 4 2 1 1 3. Now you will write characteristic equation to find the eigen values which is equal to this, or when you solve this, तो एज आई हैव टोल्ड यू सिर्फ ਜਿਹੜੇ डायगनल एलिमेंट्स है ਉਹਦੇ ਵਿੱਚੋਂ लैम्डा सबट्रैक्ट करके ਤੁਸੀਂ ਲਿਖ ਦੇਣਾ 3 माइनस लैम्डा 1 1 2 4 माइनस लैम्डा 2 1 1 3 माइनस लैम्डा। कोशिश करो कि अगर ਤੁਹਾਡੇ ਕੋਲ पॉसिबल हो रहा 0 बनाने ਦੀ तो ਉਹਦੇ ਨਾਲ ਕੀ ਹੋਏਗਾ, क्वेश्चन थोड़ा सिंपल हो जाएगा, सॉल्व करना ईजी हो जाएगा। सो ਇਹਦੇ ਵਿੱਚ ਅਸੀਂ ਇਹਨਾਂ ਦੋਨੋਂ ਨੂੰ सबट्रैक्ट कर ਦਿੰਦੇ ਆ, दिस इज इक्वल टू 0। नाउ कॉलम 2 माइनस कॉलम 3 ਆਪਾਂ ਕਰ ਦਿੰਨੇ ਆ, कॉलम 2 ਦੇ ਵਿੱਚੋਂ ਕਰ ਦਿੰਨੇ। सो दिस इज 3 माइनस लैम्डा 0, ठीक है, 2 here 1 here, 4 माइनस लैम्डा माइनस 2 विल बी माइनस 2 प्लस माइनस लैम्डा प्लस 2। इधर जो सबट्रैक्ट करोगे इट विल बी माइनस 2 प्लस लैम्डा 1 2 3 minus lambda as it is. As you can see from this column lambda minus 2 we can write common here, and what is left 3 minus lambda 2 1 as it is 0। now इत्थे की है minus lambda plus 2 है, ਆਪਾਂ lambda minus 2 opposite sign है बाहर निकाले तो minus 1 अंदर बच जाएगा, इत्थे 1 1 2 3 minus lambda ते दूजे पासे 0 ही है साडे कोल। सो इस तरीके नाल ये कॉमन आ गया। हुण चाहे तुसी एक्सपैंड कर लो क्योंकि एक जो फैक्टर तुहाडे कोल कॉमन आ जांदा ना तो अंदर क्वाड्रेटिक ही बनदी है। सो लेट अस सी कि साडे कोल की आंदा इस तो बाद लैम्डा माइनस 2। नाउ एक्सपैंड कर लैन विद रिस्पेक्ट टू फर्स्ट रो, तो 3 माइनस लैम्डा इनटू 3 माइनस लैम्डा दे आ जाएगा माइनस 3 प्लस लैम्डा क्रॉस मल्टीप्लाई किया माइनस 2, right, then 0, then plus 1 into 2 plus 1। now this is 3 minus lambda into this bracket will be minus 5 plus lambda plus 3 is equal to 0, and again simplifying this minus 15 plus 3 lambda plus 5 lambda minus lambda square plus 3 is equal to 0। so we get a quadratic from here which is this। on the other page we're going to write it। now lambda minus 2 minus sign common lambda square minus 8 lambda plus 12 is equal to 0। so you can see lambda minus 2 and lambda minus 6 are the factors of this quadratic। so lambda is equal to 2 2 and 6, these are the eigen values। the first step is completed here, finding the eigen values। now we will find the corresponding eigen vector। then for eigen vector corresponding to 2,
lambda is equal to 2, first we are going to consider this. So we consider x is equal to x, y, z be the eigenvector. So what we now do, we write a minus lambda is 2 into I in the bracket into x is equal to O. O means null matrix. So we have to put lambda is equal to 2 and subtract it from A and writing the matrix this into x matrix, which is x, y, z is equal to 0 matrix, which is this, and we have to convert this into echelon form to solve the value of x, y, z. Now this is very interesting to note that after putting lambda is equal to 2, a minus lambda I become 1 1 1, 2 2 2 and again 1 1 1. You have to put lambda is equal to 2 here. When you put 2 here, it will be 3 minus 2 1, 1 1 is already there, 4 minus 2 is 2, 2 2 2, 1 1 1, because 3 minus 2 is again 1. So this will be a minus 2i. Into x is this. Now you can easily see that to make this element 0, की करना पहले 2 ना multiply करना and subtract करना means row 2 minus 2 into row 1 on row 2 and इत्थे 0 बनाने दे लिए row 3 minus row 1 करांगे ते इहदे नाल की होएगा ना सिर्फ ये एलिमेंट बल्कि पूरी रो जिहड़ी दोनों 0 बन जाणगियां ते इत्थे साडे कोल आएगा 1 1 1 0 0 0 0 0 0 और ए मैट्रिक्स एक्स वाई जेड ते दूजे पासे 0 0 0. तो एक ही स्टैप दे विच साडे कोल एचलन फॉर्म बन गई है. हुण आपां इहदे तो कोरस्पोंडिंग इक्वेशन लिखनी है जदों वो आएगी x + y + z = 0. जदों आपां इहनूं मल्टीप्लाई करता दूजे पासे 0 है तो साडे कोल सिर्फ एक इक्वेशन आई ਉਹਦੇ ਵਿੱਚ ਇੱਕ ਵੈਲਿਊ ਆਏਗੀ ਜਿੱਦਾਂ x ਦੀ ਕਰ ਲਓ x = -y - z. ਹੁਣ ਆਪਾਂ ਆਈਗਨ ਵੈਕਟਰ ਲਿਖਣਾ ਆ which is x y z and we get the value of only x which is -y - z. y is as it is, z is as it is. So now ਦੋ ਵੇਰੀਏਬਲ ਆਏ ਆ y ਤੇ z, ਇਹਨਾਂ ਨੂੰ ਆਪਾਂ ਸੈਪਰੇਟ ਕਰ ਲੈਣਾ. So y ਦਾ ਕੋਐਫੀਸ਼ੀਐਂਟ ਇੱਥੇ -1 ਹੈ 1 ਹੈ 0, z ਦਾ ਕੋਐਫੀਸ਼ੀਐਂਟ ਇੱਥੇ -1 ਹੈ 0 ਤੇ 1 ਹੈ. So two eigen vectors ਆਏ ਆ for lambda is equal to 2 that are -1 1 0 and -1 0 1. So these are the two eigenvectors. Now we will consider for lambda is equal to 6. Again you will write in the same way a minus 6i into x is equal to 0, which will be this type of matrix. Now when we put lambda is equal to 6, you will have this matrix -3 1 1, then 2 -2 2 and 1 1 -3, and quickly we interchange these two rows to make this element 1. Now after interchanging we have to make these two elements 0. So row 2 -2 into row 1, and for this element row 1 into 3 plus row 3. So these two elements become 0. Now to make it 0 you have to add these two, और जो तुसी add करना है तो जेड़ा इत्थे प्लस है right. So जो add करांगे तो these two element will become 0, means दोनों row 0 बन जान एक लास्ट वाली row 0 बन जाएगी ते आही साडे कोल बचेगा. So what is next? So after the third operation means row 2 plus row 3 on row 3, you will get this whole row 0. So ਹੁਣ ਆਪਾਂ echelon form ਆ ਗਈ ਹੈ तो ਆਪਾਂ ਇਹਨਾਂ ਨੂੰ multiply ਕਰ ਦਿੱਤਾ. You will get two equations, and for these two equations we get the value y as 2z और y ਦੀ value 2z ਇੱਥੇ put ਕਰ ਦਿੱਤੀ ਹੈ. x plus 2z minus 3z x is equal to z ਆ ਗਿਆ. x ਦੀ value z ਦੀ form ਚ ਆ ਗਈ, y ਦੀ value ਵੀ z ਦੀ form ਚ ਆ ਗਈ. ਤਾਂ ਆਪਾਂ ਜਿਹੜਾ ਆਈਗਨ ਵੈਕਟਰ ਲਿਖਣਾ ਆ x y z, ਉਹਦੇ ਚ x ਦੀ ਵੈਲਿਊ z ਹੈ ਪੋਜ਼ਿਟਿਵ z ਐਂਡ y ਵੀ 2z ਹੈ ਤੇ z ਤਾਂ z ਹੈ ਹੀ. ਤਾਂ ਇੱਕੋ ਵੇਰੀਏਬਲ ਇੱਥੇ ਸਾਡੇ ਕੋਲ ਆਇਆ ਤੇ ਇੱਕ ਨੂੰ ਬਾਹਰ ਲਿਖ ਲੈਣਾ ਤੇ ਅੰਦਰ ਜਿਹੜੇ ਕਾਂਸਟੈਂਟ ਵੈਲਿਊਜ਼ ਬਣ ਗਈਆਂ
तो ਇਹਦੇ ਲਈ ਆਇਆ ਸਾਡੇ ਕੋਲ ਵੈਕਟਰ 1 2 1। ਸੋ ਆਪਾਂ ਦੇਖਿਆ ਕਿ ਪਹਿਲਾ ਜਿਹੜਾ ਸੀ ਲੈਮਡਾ ਇਜ਼ ਇਕੁਅਲ ਟੂ 2 ਦੇ ਲਈ ਸਾਡੇ ਕੋਲ ਦੋ ਆਈਗਨ ਵੈਕਟਰ ਆਏ ਆ, x1 x2 ਆਪਾਂ ਨਾਮ ਦੇ ਦਈਏ। ਤੀਸਰਾ ਲੈਮਡਾ ਇਜ਼ ਇਕੁਅਲ ਟੂ 6 ਦੇ ਲਈ ਸਾਡੇ ਕੋਲ 1 ਆ ਗਿਆ। ਸੋ ਟੋਟਲ ਸਾਡੇ ਕੋਲ 3 ਆਈਗਨ ਵੈਕਟਰਸ ਆ ਗਏ। ਇਹ ਕ੍ਰੂਸ਼ੀਅਲ ਸਟੈਪਸ ਹੁੰਦਾ ਆਫਟਰ ਫਾਈਂਡਿੰਗ ਆਈਗਨ ਵੈਕਟਰਸ। ਜੇ ਸਾਡੇ ਕੋਲ 3 ਆਈਗਨ ਵੈਕਟਰ ਆਣ ਔਰ A ਦਾ ਆਰਡਰ ਵੀ 3 ਹੋਵੇ ਤਾਂ ਹੀ ਆਪਾਂ ਅੱਗੇ ਪ੍ਰੋਸੀਡ ਕਰ ਸਕਦੇ ਆ ਡਾਇਗਨਲਾਈਜੇਸ਼ਨ ਦੇ ਵਿੱਚ। ਅਦਰਵਾਈਜ਼ ਅਗਰ ਸਾਡੇ ਕੋਲ ਸਿਰਫ 2 ਹੀ ਵੈਕਟਰ ਆਂਦੇ ਜਾਂ ਇੱਕ ਹੀ ਆਂਦਾ ਟੋਟਲ ਆਈਗਨ ਵੈਕਟਰ, ਸਿਰਫ ਆਪਾਂ ਕਹਿਣਾ ਸੀ ਕਿ ਡਾਇਗਨਲਾਈਜੇਸ਼ਨ ਪੋਸੀਬਲ ਨਹੀਂ ਹੈ। ਇਸ ਕੇਸ ਦੇ ਵਿੱਚ ਹੁਣ ਆਪਾਂ ਇਹਨਾਂ ਤਿੰਨ ਮੈਟ੍ਰਿਕਸ ਜਿਹੜੇ ਆ ਕਾਲਮ ਮੈਟ੍ਰਿਕਸ, ਇਹਦੇ ਨਾਲ ਅਸੀਂ P ਲਿਖਣਾ ਆ। तो P ਦੇ ਲਈ ਪਹਿਲਾਂ ਸਾਡੇ ਕੋਲ ਜਿਹੜਾ ਆਪਾਂ ਲਿਖਿਆ, ਚਲੋ ਆਹੀ ਲੈ ਲੈਂਦੇ ਆ ਪਹਿਲਾਂ 1 2 1। ਇਹ ਫਸਟ ਸਾਡੇ ਕੋਲ ਆਈਗਨ ਵੈਕਟਰ ਹੈ। ਉਸ ਤੋਂ ਬਾਅਦ ਜਿਹੜੇ ਪਹਿਲਾਂ ਦੋ ਲਿਖੇ ਸੀ -1 1 0 ਤੇ -1 0 1, ਆ ਦੋ ਆਈਗਨ ਵੈਕਟਰ ਜਿਹੜੇ ਆਪਾਂ ਲੈਮਡਾ ਇਜ਼ ਇਕੁਅਲ ਟੂ 2 ਦੇ ਲਈ ਲਿਖੇ ਸੀ, ਉਹ ਆਪਾਂ ਸਾਰੇ ਇਹਦੇ ਵਿੱਚ ਕੰਪਲੀਟ ਲਿਖ ਲਏ ਆ। ਹੁਣ ਇਹ P ਬਣ ਗਿਆ। P ਤਿੰਨੋਂ ਆਈਗਨ ਵੈਕਟਰਸ ਨੂੰ ਲਿਖਣ ਤੋਂ ਬਾਅਦ ਹੁਣ ਆਪਾਂ ਨੂੰ ਚਾਹੀਦਾ ਹੈ P ਦਾ ਡਿਟਰਮੀਨੈਂਟ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ P ਦਾ ਡਿਟਰਮੀਨੈਂਟ, ਹੁਣ ਮੈਂ ਤੇ ਸਿੱਧਾ ਲਿਖ ਦਿੰਦੀ ਬਿਕੋਜ਼ ਆਈ ਹੈਵ ਸੋਲਵਡ ਇਟ। P ਇਜ਼ ਇਕੁਅਲ ਟੂ 4 ਆਏਗਾ। 4 0 ਨਹੀਂ ਹੈ, ਇਹਦਾ ਮਤਲਬ ਹੋ ਗਿਆ P ਇਨਵਰਸ ਐਗਜ਼ਿਸਟ ਕਰਦਾ ਆ। ਹੁਣ P ਇਨਵਰਸ ਆਏਗਾ ਕਿ ਉਹਦੇ ਲਈ ਕੀ ਕਰਦੇ ਹੁੰਦੇ ਆਪਾਂ, ਐਡਜੁਆਇੰਟ ਲਿਖਦੇ ਆ। ਐਡਜੁਆਇੰਟ ਕਿੱਦਾਂ ਆਂਦਾ ਆ? ਐਡਜੁਆਇੰਟ ਆਂਦਾ ਆ ਟਰਾਂਸਪੋਜ਼ ਲੈਣਾ ਕਿ ਇਹਦਾ ਕੋਫੈਕਟਰ ਆਫ ਈਚ ਐਲੀਮੈਂਟ, ਕੋਫੈਕਟਰਸ ਆਫ A ਦਾ। तो ਆਪਾਂ ਦੇਖਦੇ ਆ ਤੇ ਮੈਂ ਵੈਸੇ ਲਿਖਿਆ, ਤੁਸੀਂ ਤੇ ਸਿੱਧਾ ਵੀ ਲਿਖ ਸਕਦੇ। ਕੋਫੈਕਟਰ ਦਾ ਮਤਲਬ ਕੀ ਹੁੰਦਾ ਕਿ ਜਦੋਂ ਹੁਣ 1 ਆ, 1 ਦਾ ਕੋਫੈਕਟਰ ਆਣਾ ਜਦੋਂ 1 ਵਾਲੇ ਰੋ ਤੇ ਕਾਲਮ ਨੂੰ ਛੱਡ ਕੇ ਬਾਕੀ ਆਪਾਂ ਕ੍ਰਾਸ ਮਲਟੀਪਲਾਈ ਕਰ ਲਈਏ तो 1 ਆ ਗਿਆ। ਠੀਕ ਹੈ, ਤੇ ਇਹਦੇ ਸਾਈਨ ਵੀ ਕੰਸੀਡਰ ਕਰਨਾ ਹੁੰਦਾ, ਪਹਿਲਾ ਪੋਜ਼ਿਟਿਵ ਹੁਣ ਨੈਗੇਟਿਵ ਲੈਣਾ। ਆਪਾਂ ਮਾਈਨਸ ਪਹਿਲੇ ਲਾ ਦਿੰਨੇ ਆ। ਫਿਰ ਇਹਦਾ ਜਦੋਂ ਲਿਖਣਾ ਆ ਇਹ ਰੋ ਤੇ ਇਹਨੂੰ ਕਾਲਮ ਨੂੰ ਛੱਡ ਕੇ ਕ੍ਰਾਸ ਮਲਟੀਪਲਾਈ ਕੀਤਾ, 1 into 2 2 2 minus 0 is 0 ਤੇ 2 minus 0 is 2। ठीक है, 2 आ गया। ਇਹਦੀ ਤੀਸਰੇ ਦਾ ਵੀ ਸੇਮ ਵੇ ਨਾਲ ਲਿਖ ਲੈਣਾ, 0 minus 1 minus 1। ठीक है, तो इस तरीके ਨਾਲ ਅਸੀਂ ਸਾਰੇ ਇਹਨਾਂ ਦੇ ਜਿਹੜੇ ਆ ਕੋਫੈਕਟਰਸ ਲਿਖਣੇ ਆ। ਜਿੱਦਾਂ ਮੈਂ ਇੱਕ ਦਾ ਲਿਖਿਆ ਆ, ਇਹਦੀ ਸਾਰਿਆਂ ਦੇ ਕੋਫੈਕਟਰ ਲਿਖ ਲੈ। तो it will be 1 2 minus 1 1 minus 2 3। ਉਸ ਤੋਂ ਬਾਅਦ ਇਹਦਾ ਟਰਾਂਸਪੋਜ਼ ਲੈ ਲੈਣਾ। ਇਹ ਸਾਡੇ ਕੋਲ ਹੁਣ ਐਡਜੁਆਇੰਟ ਆਫ P ਆ ਗਿਆ। ਦਿਸ ਇਜ਼ ਐਡਜੁਆਇੰਟ ਆਫ P। ਟਰਾਂਸਪੋਜ਼ ਤੋਂ ਬਾਅਦ ਇਹਨੂੰ ਜਿਹੜੀ ਰੋ ਹੈ ਇਹਨੂੰ ਕਾਲਮ ਵਾਈਜ਼ ਲਿਖ ਦੋ, 1 minus 2 minus 1 1 2 minus 1 ਤੇ 1 minus 2 3। ਸੋ ਦਿਸ ਇਜ਼ ਆਵਰ ਐਡਜੁਆਇੰਟ। ਹੁਣ ਐਡਜੁਆਇੰਟ ਨੂੰ ਜਦੋਂ ਆਪਾਂ ਡਿਵਾਈਡ ਕਰ ਦਿੱਤਾ, ਇੱਥੇ ਕਰ ਦਿੰਦੇ ਆ, ਜਦੋਂ ਆਪਾਂ ਐਡਜੁਆਇੰਟ ਨੂੰ P ਦੇ ਡਿਟਰਮੀਨੈਂਟ ਨਾਲ ਡਿਵਾਈਡ ਕਰ ਦਈਏ ਤਾਂ ਇਹ ਬਣ ਜਾਂਦਾ ਹੁੰਦਾ P ਇਨਵਰਸ। तो ਇੱਥੇ ਐਡਜੁਆਇੰਟ ਕੀ ਹੈ, ਜਿਹੜਾ ਮੈਟ੍ਰਿਕਸ ਲਿਖਿਆ ਤੇ P ਡਿਟਰਮੀਨੈਂਟ ਹੈ 4। तो ਆਪਾਂ 4 ਨਾਲ ਡਿਵਾਈਡ ਅਗਰ ਕਰ ਦਿੱਤਾ ਤਾਂ ਇਹ ਸਾਡਾ ਹੁਣ P ਇਨਵਰਸ ਆ ਗਿਆ। ਸੋ ਦਿਸ ਇਜ਼ ਆਵਰ P ਇਨਵਰਸ। ਹੁਣ ਆਪਾਂ ਲਾਸਟ ਸਟੈਪ ਤੇ ਆ ਜਾਂਦੇ ਆ। ਸੋ ਨਾਓ ਸੀ P ਇਨਵਰਸ AP। ਇਹ ਆਪਾਂ ਦੇਖਣਾ ਕਿ ਡਾਇਗਨਲਾਈਜੇਸ਼ਨ ਦੇ ਵਿੱਚ ਕਿ ਡਾਇਗਨਲ ਮੈਟ੍ਰਿਕਸ ਬਣਦਾ ਹੈ ਕਿ ਨਹੀਂ। ਤਾਂ P ਇਨਵਰਸ ਦੀ ਵੈਲਿਊ ਹੈ 1/4 ਬਾਹਰ ਆਂਦਾ ਸੀ ਤੇ ਅੰਦਰ 1 minus 2 1 minus 1 then 1 2 minus 1 1 minus 2 3। ਇਹ ਜਿਹੜਾ ਕਿ ਗਿਵਨ ਮੈਟ੍ਰਿਕਸ ਜਿਹੜਾ ਕੁਐਸਚਨ ਦਿੱਤਾ ਹੋਇਆ ਸੀ ਉਹ ਆਪਾਂ ਲਿਖ ਲਿਆ। ਫਿਰ ਆ P ਮੈਟ੍ਰਿਕਸ, P ਇਨਵਰਸ ਆ A ਆ P ਮੈਟ੍ਰਿਕਸ। P ਮੈਟ੍ਰਿਕਸ ਹੈ 1 minus 1 minus 1 2 1 0 1 0 1। ਸੋ ਹੁਣ ਇਹਨਾਂ ਤਿੰਨਾਂ ਨੂੰ ਮਲਟੀਪਲਾਈ ਕਰਨਾ। ਆ ਜਿਹੜਾ 1/4 ਇਹਨੂੰ ਇੱਦਾਂ ਹੀ ਰੱਖ ਲੈਣੇ ਆ। ਤਾਂ ਪਹਿਲਾਂ ਆਪਾਂ ਦੋ ਮੈਟ੍ਰਿਕਸ ਨੂੰ ਮਲਟੀਪਲਾਈ ਕਰ ਲਿਆ। ਸੋ ਇਹਨਾਂ ਦੋ ਮੈਟ੍ਰਿਕਸ ਨੂੰ ਮਲਟੀਪਲਾਈ ਕਰਕੇ ਸਾਡੇ ਕੋਲ ਇਹ ਆਂਦਾ, ਕਿਉਂਕਿ ਜਦੋਂ ਆਪਾਂ ਫਸਟ ਜਿਹਦਾ ਫਸਟ ਰੋ ਹੈ ਇਧਰੋਂ ਫਸਟ ਕਾਲਮ ਲਿਆ, ਮਲਟੀਪਲਾਈ ਕੀਤਾ, 1 into 3 is 3 1 into 2 is 2 1 into 1 is 1। तो कितना बन गया 6। ਇਹਨੂੰ ਦੂਸਰੇ ਦੇ ਨਾਲ ਕਰਾਂਗੇ ਸੇਮ ਵੇ ਨਾਲ, 1 plus 4 plus 1 again 6 ਆ ਗਿਆ। ਫਿਰ ਤੀਸਰੇ ਨਾਲ ਕਰਾਂਗੇ 1 plus 2 plus 3 is 6। ਸੋ ਇਸੇ ਤਰੀਕੇ ਨਾਲ ਫਿਰ ਦੂਜੀ ਰੋ ਲੈਣੀ ਹੈ, ਉਹਨੂੰ ਸਾਰਿਆਂ ਨੂੰ ਜਿੱਦਾਂ ਆਪਾਂ ਮੈਟ੍ਰਿਕਸ ਮਲਟੀਪਲੀਕੇਸ਼ਨ ਕਰਦੇ ਆ, ਇਹ ਮੈਟ੍ਰਿਕਸ ਆ ਗਿਆ, ਇਹਨੂੰ ਆਪਾਂ ਐਜ਼ ਇਟ ਇਜ਼ ਲਿਖ ਲਿਆ। ਹੁਣ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰ ਲੈਂਦੇ ਆ। ਅਗੇਨ ਯੂ ਕੈਨ ਸੀ ਰੋ ਕਾਲਮ, 6 into 1 is 6 6 into 2 is 12 6 into 1 is 6। तो कितना बन गया 24। ਹੁਣ ਅਗਲੇ ਨਾਲ ਕਰਦੇ ਆ ਇੱਥੇ 6 into -1 -6 6 into 1 6 into 0 ਕੀ ਬਣ ਗਿਆ 0। ਨੈਕਸਟ ਨਾਲ ਕਰਦੇ ਆ -6 ਤੇ +6 ਵਿੱਚ ਵਾਲਾ 0 ਹੈ ਤਾਂ 0 ਆ ਜਾਏਗਾ।
ਸੋ ਇਸੇ ਤਰੀਕੇ ਨਾਲ ਇਹਨੂੰ ਜਦੋਂ ਇਸ ਰੋ ਨਾਲ ਕਰਨਾ ਆ ਸੈਕੰਡ ਰੋ ਨੂੰ ਫਸਟ ਕਾਲਮ ਨਾਲ -4 ਆ ਗਿਆ ਪਲੱਸ 8 ਆ ਗਿਆ ਤੇ -4. So again it is 0. So you can see what we get from here is this matrix. You can check this. So ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਆ ਗਿਆ. ਹੁਣ ਆਪਾਂ 4 ਨੂੰ ਅੰਦਰ ਲੈ ਕੇ ਜਾਣਾ, ਪਹਿਲਾਂ ਨਹੀਂ ਲੈ ਕੇ ਜਾਣਾ. ਹੁਣ 4 ਨਾਲ ਡਿਵਾਈਡ ਕਰਦੇ ਆ 6 0 0 0 2 0 0 0 2. ਕੀ ਆਇਆ ਕਿ ਜਦੋਂ ਆਪਾਂ ਇਹਨੂੰ ਮਲਟੀਪਲਾਈ ਕੀਤਾ ਸਾਡੇ ਕੋਲ ਇੱਕ ਡਾਇਗਨਲ ਮੈਟ੍ਰਿਕਸ ਆ ਗਿਆ. ਔਰ ਡਾਇਗਨਲ ਮੈਟ੍ਰਿਕਸ ਵੀ ਕਿਹੜਾ ਆ ਜਿਹਦੇ ਵਿੱਚ ਜਿਹੜੀ ਡਾਇਗਨਲ ਐਂਟਰੀਜ਼ ਆ ਡਾਇਗਨਲ ਐਲੀਮੈਂਟਸ ਆ ਉਹ ਕੀ ਆ 6 2 2. ਇਹੀ ਆਪਣੇ ਕੋਲ ਆਈਗਨ ਵੈਲਿਊਜ਼ ਨਹੀਂ ਸੀ ਲੈਮਡਾ ਇਜ਼ ਇਕੁਅਲ ਟੂ ਲੈਮਡਾ 1 6 ਲੈਮਡਾ 2 ਇਜ਼ ਇਕੁਅਲ ਟੂ 2 ਲੈਮਡਾ 3 ਇਜ਼ ਇਕੁਅਲ ਟੂ 2. ਸੋ ਉਸੇ ਆਰਡਰ ਵਿੱਚ ਆਣੀਆਂ ਜਿਸ ਆਰਡਰ 'ਚ ਤੁਸੀਂ p ਜਦੋਂ ਲਿਖਿਆ ਸੀ p ਦੇ ਵਿੱਚ ਆਈਗਨ ਵੈਕਟਰ ਜਿਹੜੇ ਲਿਖੇ ਸੀ ਨਾ x1 x2 x3 ਇਸ ਤਰੀਕੇ ਨਾਲ ਉਹ ਜਿਹਦਾ x1 ਮੈਂ ਲਿਖਿਆ ਇਹਦੇ ਵਿੱਚ ਉਹ ਲੈਮਡਾ ਇਜ਼ ਇਕੁਅਲ ਟੂ 6 ਦੇ ਕੋਰਸਪੋਂਡਿੰਗ ਲਿਖਿਆ ਲੈਮਡਾ ਇਜ਼ ਇਕੁਅਲ ਟੂ 2 ਦੇ ਕੋਰਸਪੋਂਡਿੰਗਲੀ 2 ਆਏ ਸੀਗੇ 2 ਆਪਾਂ ਇੱਥੇ ਲਿਖੇ ਸੀ ਤਾਂ ਆਪਾਂ ਪਹਿਲਾਂ ਲੈਮਡਾ ਇਜ਼ ਇਕੁਅਲ ਟੂ 6 ਦੇ ਕੋਰਸਪੋਂਡਿੰਗਲੀ ਲਿਖਿਆ ਸੀ ਤਾਂ ਆਪਣੇ ਕੋਲ 6 ਇੱਥੇ ਆ ਗਿਆ. ਸੋ ਕਿਸੇ ਵੀ ਆਰਡਰ ਦੇ ਵਿੱਚ ਇਹ ਆਈਗਨ ਵੈਲਿਊਜ਼ ਇੱਥੇ ਆ ਜਾਣੀਆਂ. ਸੋ ਇਹ ਕੁਐਸਚਨ ਜਿਹੜਾ ਸੀਗਾ ਇਹ ਕੰਪਲੀਟ ਕੁਐਸਚਨ ਹੋ ਗਿਆ. 5 ਸਟੈਪ ਦੇ ਵਿੱਚ ਅਸੀਂ ਇਹਨੂੰ ਡਾਇਗਨਲਾਈਜੇਸ਼ਨ ਪ੍ਰੂਵ ਕਰ ਦਿੱਤਾ. ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ. ਥੈਂਕ ਯੂ.